ਸਭ ਨੂੰ ਜੈਮਸੀ ਦੀ ਜੈਮਸੀ ਦੀ ਇਕਬਾਲ ਜੀ ਆਪਾਂ ਟਾਈਡਿੰਗ ਦੇ ਬਾਰੇ ਸਟੱਡੀ ਕਰ ਰਹੇ ਹੈਗੇ ਹਾਂ। ਆਪਣੀ 3 ਰਿਕਾਰਡਿੰਗ ਕਰ ਲਈ, ਆਪਾਂ ਇੱਕ ਹੋਰ ਹੈਗੀ ਰਿਕਾਰਡਿੰਗ ਕਰ ਲਈ, ਤੀਸਰੀ ਹੋ ਗਈ, 3 ਹੋ ਗਈਆਂ। ਹਾਂਜੀ, ਤੇ ਆਪਣਾ ਹੁਣ ਹੈਗਾ ਜੀ ਸਵਾਲ, ਕਿਉਂਕਿ ਜਿਹੜਾ ਅੱਧੇ ਤੋਂ ਜ਼ਿਆਦਾ ਨੇਮ ਪੌਲ ਨੇ ਲਿਖਿਆ ਹੈ। ਹਾਂਜੀ ਜੀ, ਹਾਂਜੀ, ਤੇ ਉਹਨੇ ਟਾਈਡਿੰਗ ਦੇ ਬਾਰੇ, ਡਾਕਟਰਿਨ ਦਾ ਸਾਰਾ ਕੁਝ, ਸਾਰਾ ਉਹਨੇ ਬਹੁਤ ਖਤ ਲਿਖੇ ਹੈਗੇ ਹਨ ਜੀ, ਤੇ ਜਾਂ ਲਿਖਵਾਏ ਹੈਗੇ ਆ। ਉਹ ਪੌਲ ਜਿਹੜਾ ਟਾਈਡਿੰਗ ਦੇ ਬਾਰੇ ਕੀ ਕਹਿੰਦਾ, ਉਹ ਕੀ ਕਹਿੰਦਾ ਹੈ ਟਾਈਡਿੰਗ ਨਹੀਂ ਦੇਣੀ ਚਾਹੀਦੀ, ਦੇਣੀ ਚਾਹੀਦੀ ਹੈ, ਕੀ ਹੋ ਗਿਆ ਟਾਈਡਿੰਗ ਆਪਣੇ ਨਵੇਂ ਦਸਵੰਧ, ਖਾਲੀ ਦਸਵੰਧ ਦੇ ਬਾਰੇ। ਹਾਂ, ਦਸਵੰਧ ਦੇ ਬਾਰੇ, ਟਾਈਡਿੰਗ ਦੇ ਬਾਰੇ, ਦਾਇਕੀ ਦੇ ਬਾਰੇ ਪੌਲ ਕੀ ਚਾਹੁੰਦਾ, ਉਹਦਾ ਕੀ ਵਿਊ ਹੈ। ਹਾਂਜੀ, ਆਪਾਂ ਵੈਸੇ ਤੇ ਹਦੀਏ, ਆਫਰਿੰਗ, ਨਜ਼ਰਾਨੇ, ਸ਼ੁਕਰਾਨੇ ਉਹ ਵੀ ਉਹਨੇ ਕਹੇ ਨੇ, ਲੇਕਿਨ ਤੁਸੀਂ ਕਹਿ ਰਹੇ ਹੋ ਕਿ ਖਾਲੀ ਸਿਰਫ ਟਾਈਡਿੰਗ ਟਾਈਡਿੰਗ। ਯਾਰ ਇਹ ਬੜਾ ਅੱਛਾ ਜੀ। ਇਹਦੇ ਲਈ ਫਿਰ ਕੱਢੋ ਇਬਰਾਨੀਆਂ 7 ਚੈਪਟਰ, ਉਹਦੀ 5 ਤੋਂ 8 ਆਇਤ ਪਹਿਲੇ ਪੜ੍ਹ ਦਿਓ ਤੇ ਫਿਰ ਇਹਨੂੰ ਅਸੀਂ ਨਾਲ ਨਾਲ ਦੇਖਾਂਗੇ। 7 ਦੀ 8 ਜੀ, 7 ਦੀ 5 ਤੋਂ 8। ਅੱਛਾ, 5 ਹਿਬਰੂ ਚੈਪਟਰ 7 ਵਰਸਿਸ 5, 6, 7 ਐਂਡ 8। ਹਾਂਜੀ ਜੀ, ਇਬਰਾਨੀਆਂ 7 ਦੀ 5 ਤੋਂ 8 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਇਸੇ ਦੇ ਆਧਾਰ ਤੇ ਲੇਵੀ ਵੰਸ਼ ਦੇ ਪੁਰੋਹਿਤ ਦਾ ਕੰਮ ਕਰਨ ਵਾਲਿਆਂ ਨੂੰ ਨੇਮ ਸ਼ਾਸਤਰ ਅਨੁਸਾਰ ਇਹ ਅਧਿਕਾਰ ਹੈ ਕਿ ਉਹ ਆਪਣੇ ਸਾਥੀ ਇਜ਼ਰਾਈਲੀਆਂ ਕੋਲੋਂ ਉਹਨਾਂ ਦੀ ਕਮਾਈ ਦਾ 10ਵਾਂ ਹਿੱਸਾ ਇਕੱਠਾ ਕਰਨ, ਬੇਸ਼ੱਕ ਉਹ ਇਬਰਾਹਿਮ ਵੰਸ਼ੀ ਹੀ ਕਿਉਂ ਨਾ ਹੋਣ। ਪਰ ਮਲਕਿਸਦਕ ਜੋ ਲੇਵੀ ਦੇ ਵੰਸ਼ ਵਿੱਚੋਂ ਨਹੀਂ ਵੀ ਸੀ, ਉਸ ਨੇ ਇਬਰਾਹਿਮ ਤੋਂ 10ਵਾਂ ਹਿੱਸਾ ਪ੍ਰਾਪਤ ਕੀਤਾ, ਇੱਥੋਂ ਤੱਕ ਕਿ ਉਸ ਨੂੰ ਅਸ਼ੀਰਵਾਦ ਵੀ ਦਿੱਤਾ ਜਿਸ ਨੂੰ ਪ੍ਰਤਿਗਿਆ ਮਿਲੀ ਹੋਈ ਸੀ। ਹਾਂਜੀ, ਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਮੇਸ਼ਾ ਛੋਟਾ ਹੀ ਵੱਡੇ ਨੂੰ ਆਸ਼ੀਰਵਾਦ, ਕਿ ਛੋਟਾ ਹੀ ਵੱਡੇ ਤੋਂ ਆਸ਼ੀਰਵਾਦ ਪ੍ਰਾਪਤ ਕਰਦਾ ਹੈ। ਹਾਂਜੀ, ਫਿਰ ਇਹ ਵੀ ਸੱਚ ਹੈ ਕਿ ਇੱਕ ਪਾਸੇ ਤਾਂ ਉਹ ਮਨੁੱਖ 10ਵਾਂ ਹਿੱਸਾ ਲੈਂਦਾ ਹੈ ਤੇ ਜਿਸ ਲਈ ਮਰਨਾ ਜ਼ਰੂਰੀ ਹੈ, ਪਰ ਦੂਜੇ ਪਾਸੇ ਉਹ ਮਨੁੱਖ ਜਿਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ ਉਹ ਜਿਉਂਦਾ ਹੈ। ਹਾਂਜੀ ਹਾਂਜੀ, ਅੱਛਾ ਜੀ। ਇਹ ਦੇਖੋ, ਇਹ ਹੁਣ ਇਹ ਗੱਲ ਸਮਝਾ ਰਿਹਾ ਹੈ, ਕੌਣ? ਪੌਲ ਸਮਝਾ ਰਿਹਾ ਹੈ ਕਿ ਮਲਕੇ ਸਿਦਕ ਨੇ ਇਬਰਾਹਿਮ ਕੋਲੋਂ ਦਾਇਕੀ ਲਈ। ਠੀਕ ਹੈ, ਇਹ ਜਿਹਦਾ ਮਤਲਬ ਇਹ ਵੇ ਕਿ ਮਲਕੇ ਸਿਦਕ ਦਾਇਕੀ ਕਬੂਲ ਕਰਦਾ ਸੀ, ਇਹ ਜਾਇਜ਼ ਸੀਗਾ। ਠੀਕ ਹੈ, ਹਾਂਜੀ। ਤੇ ਜਿਸ ਤਰ੍ਹਾਂ ਇਹ ਜਿਹੜੇ ਲਾਵੀਆਂ ਨੂੰ ਇਸਰਾਈਲ ਕੋਲੋਂ ਦਾਇਕੀ ਮਿਲਦੀ ਸੀ ਤੇ ਜਾਂ ਉਹਦੇ ਕੋਲ ਲੈਂਦੇ ਸਨ, ਤੇ ਇਬਰਾਹਿਮ ਨੇ ਜਿਹੜੀ ਹੈ ਉਹਨੂੰ ਮਲਕੇ ਸਿਦਕ ਨੂੰ ਦਾਇਕੀ ਦਿੱਤੀ। ਠੀਕ ਹੈ, ਤੇ ਹੁਣ ਜ਼ਰੂਰੀ ਇਹ ਹੋ ਰਿਹਾ ਹੈ ਕਿ ਜਿਸਮਾਨੀ ਯਾਨੀ ਫਿਜ਼ੀਕਲ ਤੇ ਰੂਹਾਨੀ ਨਸਲਾਂ ਨੂੰ ਵੀ ਲਾਜ਼ਮੀ ਹੈ। ਅੱਛਾ ਦੇਖੋ ਨਾ, ਜਿਹੜੇ ਨਸਲੀ ਇਸਰਾਈਲ ਨੇ, ਠੀਕ ਹੈ, ਉਹ ਕੌਣ ਨੇ? ਉਹਦੇ ਯਹੂਦੀ ਕੌਮ ਨੇ, ਤੇ ਰੂਹਾਨੀ ਇਸਰਾਈਲ ਅਸੀਂ ਹਾਂ। ਠੀਕ ਹੈ, ਤੇ ਉਹਨਾਂ ਨੂੰ ਵੀ ਇਹ ਲਾਜ਼ਮੀ ਹੈ ਕਿ ਉਹ ਵੀ ਦਾਇਕੀ ਦੇਣ। ਪ੍ਰੀਸਟਹੁੱਡ ਦੀ ਗੱਲ ਹੋ ਰਹੀ ਹੈ। ਹੁਣ ਇਬਰਾਨੀਓ 6 ਦੀ 20 ਦੇ ਮੁਤਾਬਿਕ ਜ਼ਰਾ ਦੇਖੋ, ਹੁਣ ਇਹ ਪਾਲੂਸ ਇਹ ਸਮਝਾਉਣਾ ਚਾਹ ਰਿਹਾ ਹੈ ਕਿ ਜਿਹੜੇ ਲਾਵੀਆਂ ਨੂੰ ਦਾਇਕੀ ਦੇਣੀ ਸੀ, ਜਦੋਂ ਕਿ ਮਲਕੇ ਸਿਦਕ ਵੀ ਲਾਵੀਆਂ ਵਿੱਚੋਂ ਨਹੀਂ ਸੀ, ਇਸੇ ਤਰੀਕੇ ਨਾਲ ਉਹ ਯਿਸੂ ਕੋ ਲੈ ਕੇ ਆ ਰਿਹਾ ਹੈ ਕਿ ਹੁਣ ਯਿਸੂ ਨੂੰ ਵੀ ਤੁਸੀਂ ਦਾਇਕੀ ਦੇਣੀ ਹੈ। ਗੱਲ ਇਹ, ਕਿਉਂਕਿ ਯਿਸੂ ਵੀ ਲਾਵੀਆਂ ਵਿੱਚੋਂ ਨਹੀਂ ਸੀ, ਉਹ ਯਹੂਦਾ ਦੇ ਕਬੀਲੇ ਦੇ ਵਿੱਚੋਂ ਸੀ, ਤੇ ਆ ਜਿਹੜਾ ਮਲਕੇ ਸਿਦਕ ਹੈ ਇਹ ਵੀ ਲਾਵੀਆਂ ਵਿੱਚੋਂ ਨਹੀਂ ਸੀ, ਇਹ ਤੇ ਗੈਰ ਕੌਮ ਸੀ। ਸੋ ਇਹ ਲਿਆ ਰਿਹਾ, ਕਿਉਂਕਿ ਹੁਣ ਉਹ ਲਿਆ ਰਿਹਾ ਹੈ ਕਿ ਕੁਝ ਤਬਦੀਲੀ ਆ ਰਹੀ ਹੈ।
ਲਾਅ ਦੇ ਵਿੱਚ ਤਬਦੀਲੀ ਆ ਰਹੀ ਹੈ, ਪਰ ਦਾਇਕੀ ਉੱਥੇ ਦੀ ਉੱਥੇ ਹੀ ਹੈ। ਜਿਸ ਤਰ੍ਹਾਂ ਪਿਛਲੀ ਵਾਰੀ ਤੁਸੀਂ ਬਿਆਨ ਕੀਤਾ, ਕਾਨੂੰਨ ਤੇ ਖੜਾ ਹੈ, ਉਹ ਤਬਦੀਲ ਨਹੀਂ ਹੋਇਆ। ਹੁਣ ਇੱਥੇ ਇਹ ਆਇਤ ਪੜ੍ਹੋ ਕਿ ਉਹ ਕੁਝ ਕਹਿ ਰਿਹਾ ਹੈ। ਇਹ 5 ਤੇ 6 ਆਇਤ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਇਹਦੇ ਵਿੱਚ, ਠੀਕ ਹੈ। ਸੋ ਇਬਰਾਨੀਆਂ 6 ਦੀ 20 ਦੇ ਮੁਤਾਬਿਕ ਖੁਦਾਵੰਦ ਯਿਸੂ ਮਸੀਹ ਜਿਹੜਾ ਹੈ ਨਾ, ਉਹ ਮਲਗੇ ਸਿਦਕ ਦੀ ਤਰ੍ਹਾਂ ਇੱਕ ਸਰਦਾਰ ਕਾਇਮ ਨੇ। ਮਤਲਬ ਇਹ ਹੋ ਗਿਆ ਕਿ ਦਾਇਕੀ ਅੱਜ ਦੇਣੀ ਹੈ, ਤੇ ਕਿਹਨੂੰ ਦੇਣੀ ਹੈ? ਯਿਸੂ ਨੂੰ ਦੇਣੀ ਹੈ। ਇਹ ਮਤਲਬ ਇਹ ਉਹਦਾ। ਅਗਰ ਮਲਕੇ ਸਿਦਕ ਲੈ ਸਕਦਾ ਹੈ ਇਬਰਾਹਿਮ ਕੋਲੋਂ, ਜਿਹੜਾ ਕਿ ਹੈ ਹੀ ਲਾਵੀਆਂ ਵਿੱਚੋਂ ਨਹੀਂ, ਯਿਸੂ ਵੀ ਲਾਵੀਆਂ 'ਚ ਨਹੀਂ, ਕਿਉਂਕਿ ਮੂਸਾ ਦੀ ਸ਼ਰੀਅਤ ਦੇ ਵਿੱਚ ਯਹੂਦਾ ਦੇ ਕਬੀਲੇ ਵਿੱਚੋਂ ਪ੍ਰਭੂ ਯਿਸੂ ਆਇਆ, ਉੱਥੇ ਨਹੀਂ ਯਿਸੂ ਦਾ ਲਿਖਿਆ। ਲੇਕਿਨ ਪੌਲ ਕਹਿ ਰਿਹਾ ਹੈ ਕਿ ਇਬਰਾਨੀਆਂ 6 ਦੀ 20 ਦੇ ਵਿੱਚ ਜੇ ਮਲਕੇ ਸਿਦਕ ਜਿਹੜਾ ਕਿ ਇਨਸਾਨ ਸੀ, ਔਰ ਉਹਦਾ ਕੋਈ ਸ਼ੁਰੂ ਜਾਂ ਐਂਡ ਨਹੀਂ ਦੱਸਿਆ, ਉਹ ਵਿੱਚੋਂ ਗਾਇਬ ਹੈ, ਇਹ ਤੇ ਸਦਾ ਦਾ ਕੀ ਕਹਿੰਦੇ ਨੇ ਚੀਫ ਪ੍ਰੀਸਟ ਹੈ ਪ੍ਰਭੂ ਯਿਸੂ। ਉਹਨੇ ਦਿੱਤਾ, ਔਰ ਉਦੋਂ ਮੂਸਾ ਦਾ ਕਾਨੂੰਨ ਵੀ ਨਹੀਂ ਸੀਗਾ, ਤਾਂ ਵੀ ਉਹਨੇ ਦਿੱਤਾ। ਹਾਂਜੀ, ਦੇਖੋ ਜੀ, ਹੁਣ ਸਵਾਲ ਤੇ ਇਹ ਹੁੰਦਾ ਹੈ ਕਿ ਜੀ ਉਹ ਦੇਖੋ ਬੜੀ ਵੱਡੀ ਗੱਲ ਹੈ, ਇਹ ਜਿਹੜਾ ਇਬਰਾਹਿਮ ਯਕੂਬ ਨੇ, ਖੁਦਾ ਨੇ ਕੋਈ ਲਿਖ ਕੇ ਦਿੱਤਾ ਸੀ? ਅੱਜ ਖੁਦਾ ਨੇ ਲਿਖ ਕੇ ਦਿੱਤਾ ਹੈ, ਤੇ ਅਸੀਂ ਕਹਿੰਦੇ ਹਾਂ ਕਿੱਥੇ ਲਿਖ ਕੇ ਦਿੱਤਾ ਹੈ, ਇਸ ਤਰ੍ਹਾਂ। ਸੋ ਇਹ ਪੜ੍ਹੋ, ਤੇ ਅਸੀਂ ਹੁਣ ਪੌਲ ਜਿਹੜਾ ਹੈ ਦਾਇਕੀ ਦਾ ਭੇਤ ਬਿਆਨ ਕਰਨ ਡਿਆ ਹੈ ਕਿ ਦੇਣੀਆਂ ਨੇ, ਕਿਹਨੂੰ ਦੇਣੀਆਂ ਨੇ? ਹੁਣ ਯਿਸੂ ਨੂੰ ਦੇਣੀਆਂ ਨੇ। ਦੇਖੋ ਤੇ ਸਹੀ, ਕਿਹੜਾ? ਜਿਹੜਾ ਸਦਾ ਦਾ ਚੀਫ ਪ੍ਰੀਸਟ ਹੈ, ਸਰਦਾਰ ਹੈ। ਤੇ ਇਬਰਾਨੀਆਂ 6 ਦੀ 20 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਇੱਥੇ ਲਿਖਿਆ ਹੈ, ਜਿੱਥੇ ਯਿਸੂ ਮਲਕਿਸਦਕ ਦੀ ਪਰੰਪਰਾ ਅਨੁਸਾਰ ਹਮੇਸ਼ਾ ਦੇ ਲਈ ਮਹਾਂਪੁਰੋਹਿਤ ਦੇ ਰੂਪ ਵਿੱਚ ਸਾਡੇ ਵੱਲੋਂ ਅੰਦਰ ਜਾ ਚੁੱਕਾ ਹੈ। ਤੇ ਦਾਇਕੀ ਦੇਣੀ ਕਿਹਨੂੰ? ਯਿਸੂ ਨੂੰ। ਹਾਂ, ਤੇ ਦੇਖੋ ਦਾਊਦ ਨੇ ਵੀ ਇਹ ਗੱਲ ਭੇਤ ਦੱਸ ਦਿੱਤੀ। ਉਹਨੇ ਕਿਹਾ ਪਰਮੇਸ਼ਵਰ ਨੇ ਕਸਮ ਖਾਧੀ ਹੈ ਯਿਸੂ ਲਈ ਕਿ ਇਹ ਸਦਾ ਲਈ ਕੀ ਹੋਏਗਾ? ਇਹ ਸਰਦਾਰ ਕਾਇਮ ਹੋਏਗਾ, ਚੀਫ ਪ੍ਰੀਸਟ ਹੋਏਗਾ। ਇਹ ਜ਼ਬੂਰ 110 ਦੀ 4 ਆਇਤ। ਇਹ ਦੇਖੋ ਜੀ, ਇਹ ਹੁਣ ਇਹ ਜਿਹੜਾ ਖਤ ਹੈ ਨਾ ਇਬਰਾਨੀਆਂ ਦਾ, ਇਹਨੂੰ ਦੇਖੋ, ਇਹ ਪਾਲੂਸ ਨੇ ਲਿਖਵਾਇਆ ਹੈ ਲੂਕਾ ਕੋਲ, ਮੁਕੱਦਸ ਲੂਕਾ ਕੋਲ ਜੀ। ਇਹ ਪੜ੍ਹ ਦਿਓ, ਦਾਊਦ ਦੀ ਜ਼ੁਬਾਨੀ ਵੀ ਯਿਸੂ ਲਈ, ਕਿਉਂਕਿ ਦਾਇਕੀ ਦਿੰਦੇ ਹੀ ਉਹਨੂੰ ਨੇ, ਸਰਦਾਰ ਕਾਇਨ ਲਾਵੀ, ਠੀਕ ਹੈ। ਤੇ ਇਹ ਯਿਸੂ ਨੂੰ ਹੁਣ ਦਾਇਕੀ ਬੰਦ ਨਹੀਂ ਹੋਈ, ਹੁਣ ਦੇਣੀ ਕਿਹਨੂੰ? ਇਸ ਪੁਆਇੰਟ ਤੇ ਲਿਆ ਰਹੀ ਹੈ। ਜ਼ਬੂਰ 110 ਦੀ 4 ਆਇਤ ਦੇਖੋ। ਅੱਛਾ, ਪੜ੍ਹ ਲਈ। ਓਕੇ, ਹਾਂਜੀ। ਇਹ ਤੇ ਇਸ ਲਈ ਕਿ ਖੁਦਾ ਨੇ ਕੀ ਕਿਹਾ ਯਿਸੂ ਦੇ ਮੁਤਲਕ, ਤੇ ਜੇ ਮਲਕੇ ਸਿਦਕ ਨੂੰ ਦੇਣ ਦੇ ਹੋ, ਜਿਹੜਾ ਅੱਜ ਨਹੀਂ ਆ, ਜਿਹੜਾ ਯਿਸੂ ਨੂੰ ਤਰਸਾਉਂਦਾ ਸੀ, ਤੇ ਯਿਸੂ ਤੇ ਹੁਣ ਸਦਾ ਲਈ ਬਣ ਗਿਆ। ਇਹ ਅੱਗੇ ਦੇਖਾਂਗੇ ਕਿ ਕੀ ਹੋਇਆ, ਕਿ ਇਬਰਾਹਿਮ ਨੇ ਅਸਲ ਵਿੱਚ ਦਾਇਕੀ ਕਿਹਨੂੰ ਦਿੱਤੀ ਸੀ? ਉਹ ਯਿਸੂ ਨੂੰ ਦਿੱਤੀ ਸੀ। ਅੱਗੇ ਜਾ ਕੇ ਦੇਖਾਂਗੇ ਜੀ, ਕਮਾਲ ਹੈ। ਅੱਜ ਅਸੀਂ ਯਿਸੂ ਨੂੰ ਆਪਣਾ ਲਾੜਾ ਮੰਨਦੇ ਹਾਂ, ਤੇ ਫਰਕ ਕਹਿੰਦੇ ਹਾਂ ਦਾਇਕੀ ਨਹੀਂ ਦੇਣੀ। ਉਹ ਚਰਚ ਨੂੰ ਵੇਖ ਰਹੇ ਨੇ, ਬੰਦਿਆਂ ਨੂੰ ਦੇਣੀ ਅਸਾਂ ਕਿਹਨੂੰ? ਯਿਸੂ ਨੂੰ। ਉਹ ਜਦੋਂ ਯਿਸੂ ਅਸੀਂ ਚਰਚ ਦੀ ਕੁਰਸੀ ਉੱਤੇ ਬਿਠਾ ਕੇ ਕਹਿੰਦੇ ਆ ਇੰਚਾਰਜ ਹੈ, ਤੇ ਫਿਰ ਦਾਇਕੀ ਨਹੀਂ ਦੇਣੀ। ਇਹ ਤਾਂ ਆਪਾਂ ਦੇਖ ਰਹੇ ਹਾਂ ਕਾਨੂੰਨ ਤੋਂ ਪਹਿਲਾਂ ਜਾਂ ਇਬਰਾਹਿਮ ਨੂੰ ਦੇਖ ਰਹੇ ਹੈਗੇ, ਤੇ ਇਹ 'ਚ ਕਾਨੂੰਨ ਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਇਹ ਕਾਨੂੰਨ ਦਾ ਰੌਲਾ ਨਹੀਂ, ਨਾਲੇ ਉਹ ਦੱਸ ਰਿਹਾ ਹੈ ਕਿ ਅਸਲ ਵਿੱਚ ਸਦਾ ਦਾ ਚੀਫ ਪ੍ਰੀਸਟ ਕੌਣ ਹੈ। ਇਹ ਪੌਲ ਦੱਸ ਰਿਹਾ, ਦਾਇਕੀ ਦੀ ਗੱਲ ਕਰਨ ਡਿਆ ਜੀ। ਤਾਂ ਆਪਾਂ ਪੜ੍ਹਦੇ ਹਾਂ ਜੀ, ਭਜਨ ਜ਼ਬੂਰ ਸਾਮ 110 ਦੀ 4 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪ੍ਰਭੂ ਯਿਸੂ ਦੇ ਲਈ। ਪ੍ਰਭੂ ਨੇ ਸਹੁੰ ਚੁੱਕੀ ਹੈ ਅਤੇ ਉਹ ਉਸ ਤੋਂ ਮੁੜੇਗਾ ਨਹੀਂ। ਉਸਨੇ ਕਿਹਾ, ਤੂੰ ਮਲਕ ਸਿਦਕ ਦੀ ਤਰ੍ਹਾਂ ਸਦਾ ਲਈ ਪੁਰੋਹਿਤਾਈ ਕਰੇਗਾ। ਹਾਂਜੀ, ਯਿਸੂ ਲਈ ਉਹ ਕਸਮ ਚੁੱਕੀ ਹੈ। ਅੱਛਾ, ਹੁਣ ਇਹ ਦੱਸੋ, ਜੇ ਖੁਦਾ ਪੁਰਾਣੇ ਨੇਮ ਦੇ ਵਿੱਚ ਦਾਇਕੀ ਲਾਗੂ ਉਹਨੇ ਕੀਤੀ ਹੈ, ਤੇ ਯਿਸੂ ਦੀ ਪ੍ਰੀਸਟਹੁੱਡ ਮਿਨਿਸਟਰੀ ਜਾਂ ਯਿਸੂ ਦੀ ਕਹਾਣਤ ਜਾਂ ਯਿਸੂ ਦੀ ਜਾਜਕ ਦੀ ਖਿਦਮਤ ਨਹੀਂ ਉਹ ਖਤਮ ਕਰ ਦੇਗਾ? ਸਵਾਲ ਪੈਦਾ ਹੋ ਰਿਹਾ। ਉਹ
ਉਹ ਪਿੱਛੋਂ ਚੱਲ ਰਿਹਾ ਹੈ, ਯਾਨੀ ਕਿ ਮਲਕੇ ਸਿੱਦਕ ਤੋਂ ਅੱਗੇ ਫਿਰ ਉਹਨੇ ਹੁਕਮ ਦਿੱਤਾ, ਇੱਕ ਅਹਿਦ ਬਣਿਆ। ਤੇ ਹੁਣ ਅਸੀਂ ਲੋਕ ਹਾਂ, ਸਾਡੇ ਲਈ ਹੁਣ ਇਹ ਦੱਸੋ ਕਿ ਅਸੀਂ ਯਿਸੂ ਨੂੰ ਨਹੀਂ ਦੇਣਾ ਚਾਹੁੰਦੇ, ਜਦੋਂ ਕਿ ਯਿਸੂ ਚੀਫ ਪ੍ਰੀਸਟ ਹੈਗਾ। ਤੇ ਕੀ ਯਿਸੂ ਜਿਹੜਾ ਹੈ ਉਹ ਮਲਕੇ ਸਿੱਦਕ ਕੋਲੋਂ ਵੱਡਾ ਨਹੀਂ ਹੈ? ਜੇ ਮਲਕੇ ਸਿੱਦਕ ਲੈ ਸਕਦਾ ਹੈ, ਲਾਵੀਆਂ ਵਿੱਚੋਂ ਵੀ ਨਹੀਂ, ਇੱਧਰ ਯਿਸੂ ਵੀ ਲਾਵੀਆਂ ਵਿੱਚੋਂ ਨਹੀਂ, ਲੇਕਿਨ ਕਸਮ ਖਾਈ ਹੈ ਖੁਦਾ ਨੇ ਕਿ ਉਹਨੂੰ ਦੇਣਾ, ਤੇ ਉਹ ਮਲਕੇ ਸਿੱਦਕ ਨਾਲੋਂ ਬਿਹਤਰ ਹੈ ਤੇ ਵੱਡਾ ਹੈ। ਇਹ ਅਬਰਾਨੀਆਂ 7:1-10, ਇਹ ਦੇਖੋ ਜੀ, ਇਹ ਪਾਲੂਸ ਰਿਕਮੈਂਡ ਕਰ ਰਿਹਾ। ਅਬਰਾਨੀਆਂ 7:1-10 ਰੈਫਰੈਂਸ ਕਰ ਲਓ। ਤੇ ਗੱਲ ਸੁਣੋ, ਤੇ ਕੀ ਫਜ਼ਲ ਦੇ ਦੌਰ ਵਿੱਚ, ਇਹ ਫਜ਼ਲ ਦਾ ਦੌਰ ਹੈ ਨਾ, ਗ੍ਰੇਸ ਦਾ, ਕੀ ਉਹਨੂੰ ਕਹਿ ਲਓ, ਕਿਰਪਾ ਦਾ ਦੌਰ ਦੇ ਵਿੱਚ ਲੋਕਾਂ ਲਈ ਜ਼ਰੂਰੀ ਨਹੀਂ ਕਿ ਉਹ ਬਰਕਤਾਂ ਜਿਹੜੀਆਂ ਸਾਨੂੰ ਅੱਜ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਵੱਲੋਂ, ਪਵਿੱਤਰ ਆਤਮਾ ਵੱਲੋਂ ਮਿਲ ਰਹੀਆਂ ਨੇ, ਉਹਦੇ ਬਦਲੇ 'ਚ ਅਸੀਂ ਖੁਦਾ ਨੂੰ ਉਹਦਾ ਹਿੱਸਾ ਤੇ ਦਈਏ ਨਾ ਯਾਰ। ਬਿਲਕੁਲ ਹੈ, ਬਿਲਕੁਲ ਜੀ। ਆਪਾਂ ਇਹ ਸਾਰਾ ਕੁਝ ਇਸ ਤਰ੍ਹਾਂ, ਮਤਲਬ ਕਈ ਵਾਰੀ ਮੈਨੂੰ ਲੱਗਦਾ ਕਿ ਟਾਈਡਿੰਗ ਜਿਹੜੇ ਉਹ ਇਸ ਤਰ੍ਹਾਂ ਸਮਝਦੇ ਕਿ ਟਾਈਡਿੰਗ ਦੇਣਾ ਇੱਕ ਤਰ੍ਹਾਂ ਦੀ ਸਜ਼ਾ ਆ, ਸਮਝਦੇ ਹੈ ਨਾ, ਵੀ ਟਾਈਡਿੰਗ ਨਹੀਂ ਦੇਣੀ ਚਾਹੀਦੀ, ਸਾਨੂੰ ਸਾਡੇ ਪੈਸੇ ਕਮਾਈ ਕਰਦੇ। ਅਸਲ ਦੇ ਵਿੱਚ ਟਾਈਡਿੰਗ ਨੂੰ ਆਪਾਂ ਇਹ ਨਾ ਸਮਝੇ ਕਿ ਇਹਦੇ ਨਾਲ ਬਰਕਤ ਮਿਲਦੀ ਆ, ਇਹ ਬਰਕਤ ਲਈ ਹੈਗੀ ਆ। ਆਪਾਂ ਇਹ ਨਾ ਸਮਝੀਏ ਟਾਈਡਿੰਗ ਨਹੀਂ ਦੇਣੀ ਚਾਹੀਦੀ, ਇੱਕ ਤਰ੍ਹਾਂ ਦਾ ਸਾਡੇ ਤੇ ਡੰਨ ਲੱਗਾ ਆ। ਹਾਂਜੀ, ਠੀਕ ਹੈ, ਤੁਸੀਂ ਇਸਰਾਈਲੀ ਕੌਮ ਨੂੰ ਨਾ ਦਿਓ, ਕੁਛ ਨਾ ਦਿਓ, ਅੱਗੇ ਅਸੀਂ ਦੇਖਦੇ ਹਾਂ ਹੁੰਦਾ ਕੀ ਹੈ। ਤੁਸੀਂ ਯਿਸੂ ਨੂੰ ਤੇ ਦੇ ਸਕਦੇ ਹੋ ਕਿ ਨਹੀਂ? ਬਿਲਕੁਲ ਜੀ, ਬਿਲਕੁਲ। ਸੋ ਲਿਹਾਜ਼ਾ ਹਰ ਇਮਾਨਦਾਰ ਨੂੰ ਚਾਹੀਦਾ ਹੈ ਕਿ ਇਬਰਾਹਿਮ ਦੀ ਨਸਲ ਹੁੰਦੇ ਹੋਏ, ਹੁਣ ਉਹ ਕਹੋ ਜੀ ਉਹ ਤਾਂ ਯਹੂਦੀ ਨੇ, ਉਹ ਦੇਖੋ ਜੀ, ਅਸੀਂ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਵਸੀਲੇ ਨਾਲ ਇਫਸੀਆਂ 3:6 'ਚ ਲਿਖਿਆ ਹੈ ਕਿ ਮਸੀਹ ਦੀ ਖੁਸ਼ਖਬਰੀ ਦੇ ਵਸੀਲੇ ਨਾਲ ਅਸੀਂ ਬਨੀ ਇਸਰਾਈਲ ਕੌਮ ਦੇ ਸਰੀਰ ਵਿੱਚ, ਵਾਅਦਿਆਂ 'ਚ ਤੇ ਮਿਰਾਸ ਵਿੱਚ ਬਰਾਬਰ ਦੇ ਸ਼ਰੀਕ। ਬਿਲਕੁਲ। ਗਲਤੀਆਂ 3:14, ਗਲਤੀਆਂ 3:29 'ਚ ਲਿਖਿਆ ਹੈ, ਇਹ ਹਵਾਲੇ ਨੋਟ ਕਰ ਲਓ ਕਿ ਅਸੀਂ ਰੂਹਾਨੀ ਇਸਰਾਈਲ ਹਾਂ, ਅਸੀਂ ਉਹਨਾਂ ਸ਼ਾਮਲ ਹਾਂ। ਤੇ ਇਸਰਾਈਲ ਦੀ ਨਸਲ, ਇੱਕ ਤੇ ਉਹ ਜਸਮਾਨੀ ਨੇ, ਫਿਜ਼ੀਕਲ ਯਹੂਦੀ, ਅਸੀਂ ਰੂਹਾਨੀ ਹਾਂ, ਤੇ ਸਾਨੂੰ ਵੀ ਫਰਜ਼ ਹੈ। ਔਰ ਅੱਗੇ ਇਹ ਵੇਖਾਂਗੇ ਇਬਰਾਹਿਮ ਅਸਲ ਵਿੱਚ ਦਿੰਦਾ ਕਿਹਨੂੰ ਰਿਹਾ ਦਾ ਯਕੀਨ, ਕੀ ਸਮਝ ਕੇ ਦਿੰਦਾ ਰਿਹਾ, ਇਹ ਭੇਤ ਉਹ ਪਾਲੂਸ ਦੱਸ ਰਿਹਾ, ਤੇ ਅਸੀਂ ਕਹਿ ਰਹੇ ਹਾਂ ਜੀ ਉਹਨੇ ਕਿਹਾ ਨੇਮ ਹੀ ਖਤਮ ਹੋ ਗਿਆ। ਦੇਖੋ ਜਦੋਂ ਜਿਹੜੇ ਜੀ ਚੇਲਿਆਂ ਨੇ ਜਿਹੜਾ ਨਵਾਂ ਨੇਮ ਲਿਖਿਆ ਹੈਗਾ ਨਾ, ਹਾਂਜੀ, ਇਹ ਤਾਂ ਨਵਾਂ ਨੇਮ ਲਿਖਿਆ ਸਾਨੂੰ ਮਿਲ ਗਿਆ। ਜਦੋਂ ਚੇਲੇ ਜਿਹੜੇ ਯਿਸੂ ਦਾ ਪ੍ਰਚਾਰ ਕਰਦੇ, ਉਹਨਾਂ ਕੋਲ ਨਵਾਂ ਨੇਮ ਨਹੀਂ ਸੀਗਾ, ਉਹਨਾਂ ਕੋਲ ਪੁਰਾਣਾ ਨੇਮ ਹੀ ਸੀਗਾ। ਜੋ ਕੁਛ ਉਹਨੇ ਲਿਖਿਆ ਪੁਰਾਣੇ ਨੇਮ ਨੂੰ ਜਾਣ ਕੇ, ਪੜ੍ਹ ਕੇ, ਉਸੇ ਆਧਾਰ 'ਤੇ ਹੀ ਲਿਖਿਆ। ਉਹਨਾਂ ਨੇ ਉਹਨੂੰ ਕੈਂਸਲ ਨਹੀਂ ਕੀਤਾ ਹੈਗਾ। ਤੇ ਇਹ ਪੂਰੀ ਬਾਈਬਲ ਸਾਡੇ ਲਈ ਹੈ। ਔਰ ਕਿਤੇ ਵੀ ਆਪਾਂ ਦੇਖਿਆ ਸੀ ਪਿਛਲੀਆਂ ਟੀਚਿੰਗ ਦੇ ਵਿੱਚ, ਪੌਲ ਕਹਿੰਦਾ ਮੈਂ ਨੇਮ ਨੂੰ, ਆਪਣੇ ਕਿਸੇ ਲਾ ਨੂੰ ਕੈਂਸਲ ਨਹੀਂ ਕਰ ਰਿਹਾ। ਯਿਸੂ ਨੇ ਕਿਹਾ ਇੱਕ ਕੌਮਾ ਬਿੰਦੀ ਵੀ ਨਹੀਂ ਕੈਂਸਲ ਹੋਣੀ ਹੈਗੀ। ਤੇ ਆਪਾਂ ਉਸ ਨੂੰ ਆਧਾਰ ਬਣਾ ਕੇ ਹੀ ਅੱਗੇ ਚੱਲਣਾ ਹੈਗਾ ਆ। ਤੇ ਆਪਾਂ ਹੁਣ ਨਵਾਂ ਨੇਮ ਨੂੰ ਬਸਰਾ ਵੱਖਰਾ ਕਰ ਲੈਨੇ, ਪੁਰਾਣੇ ਨੇਮ ਨੂੰ ਸਾਡੇ। ਚਲੋ ਨਵੇਂ ਨੇਮ ਵਿੱਚ ਕਿੱਥੇ ਲਿਖਿਆ ਦਾਇਕੀ ਨਾ, ਕਿਤੇ ਵੀ ਨਹੀਂ ਲਿਖਿਆ, ਨਹੀਂ ਲਿਖਿਆ, ਨਹੀਂ। ਹੁਣ ਨਾ ਹੀ ਇਹਦਾ ਕੋਈ ਦੱਸਿਆ ਕਿ ਦਾਇਕੀ ਦੀ ਬਜਾਏ ਤੁਸੀਂ ਇਹ ਕਰੋ, ਇਹ ਵੀ ਨਹੀਂ ਲਿਖਿਆ। ਹੁਣ ਯਾਦ ਰੱਖੀਏ ਕਿ ਦਾਇਕੀ ਜਿਹੜਾ ਹੈ ਇਹ ਖੁਦਾ ਦਾ ਹਿੱਸਾ ਹੈ। ਹਾਂਜੀ, ਹਾਂਜੀ। ਕਿਉਂ? ਜੇ ਉਹਦਾ ਤਾਲੁਕ ਖੁਦਾ ਦੇ ਨਾਲ ਨੇਮ ਬੰਨਣੇ ਤੋਂ ਹੋਵੇ, ਅਹਿਦ ਬੰਨਣੇ ਤੋਂ ਹੋਵੇ। ਸੋ ਇਹ ਸਿਰਫ ਇਸਰਾਈਲੀ ਕੌਮ ਨਹੀਂ ਬਲਕਿ ਸਾਰੀ ਕੌਮਾਂ ਲਈ ਹੈ। ਹਾਂਜੀ, ਹਾਂਜੀ। ਦੇਖੋ ਨਾ, ਉਹ ਵੀ ਦਾਨ ਪੁੰਨ ਕਰਦਾ ਸੀ, ਉਹ ਜਿਹੜਾ ਸੀ ਚੇਲਿਆਂ ਦੇ ਕਰਤੱਵ 10 ਵਿੱਚ ਕੁਰਨੀਲੀਅਸ, ਇਹ ਜਿਹੜਾ ਦਿੰਦਾ ਉਹਨੂੰ ਬਰਕਤ ਮਿਲਦੀ ਆ। ਅੱਛਾ, ਕਿਉਂ? ਜੇ ਖੁਦਾ ਕਿਸੇ ਦਾ ਤਰਫਦਾਰ ਨਹੀਂ। ਇਹ ਜਿਹੜਾ ਮੋਜ਼ਿਸ ਲਾਅ ਵੇ, ਸ਼ਰੀਅਤ ਦੇ ਜ਼ਮਾਨੇ ਤੋਂ ਪਹਿਲੇ ਇਹ ਸ਼ੁਰੂ ਹੋਈ, ਤੇ ਨਏ ਜ਼ਮਾਨੇ ਦੇ ਵਿੱਚ ਵੀ ਇਹਦਾ ਹੁਕਮ ਦਿੱਤਾ ਗਿਆ। ਮਤੀ 23:23 'ਚ ਕੀ ਲਿਖਿਆ? ਪ੍ਰਭੂ ਯਿਸੂ ਨੇ ਵੀ ਇਹਦਾ ਹੁਕਮ ਦਿੱਤਾ ਹੈ, ਬਲਕਿ ਯਹੂਦੀਆਂ ਨੂੰ ਦੇ ਉੱਤੇ, ਉਹਨਾਂ ਦੇ ਆਗੂਆਂ ਉੱਤੇ ਅਫਸੋਸ ਕੀਤਾ ਹੈ। ਉਹ ਅਫਸੋਸ ਤੁਹਾਡੇ ਤੇ ਵੇ, ਕਾਹਦੇ ਲਈ? ਕਿ ਤੁਸੀਂ ਪੁਦੀਨੇ, ਸੌਂਫ ਤੇ ਇਹ ਤਰਕਾਰੀਆਂ ਉੱਤੇ ਦਸਵੰਧ ਦਿੰਦੇ ਹੋ। ਚਾਹੀਦਾ ਹੈ ਕਿ ਤੁਸੀਂ ਦਿਓ। ਹਾਂ, ਠੀਕ ਹੈ, ਪੜ੍ਹਦੇ ਜੀ ਇੱਕ ਵਾਰੀ। ਹਾਂਜੀ, ਪੜ੍ਹ ਦਿਓ। ਇਹ ਚੱਲਿਆ ਸੀ ਕਦੋਂ? ਨੇਮ ਜਾਂ ਲਾਅ ਆਉਣ ਤੋਂ ਪਹਿਲੇ ਦਾ, ਲਾਅ ਤੋਂ 430 ਸਾਲ ਪਹਿਲੇ ਦਾ, ਉਦੋਂ ਦਾ ਸ਼ੁਰੂ ਹੋਇਆ। ਜੇ ਇਹ ਕੋਈ ਵਰਸ ਨਹੀਂ ਕਿ ਇਹ ਖਤਮ ਹੋ ਗਿਆ।
ਆਪਾਂ 32 23 ਦੀ 23 ਪੜ੍ਹਦੇ ਨੇ ਹੈਗੇ ਜੀ, ਬਹੁਤ ਲੋਕਾਂ ਨੂੰ ਪਤਾ ਹੈ ਪਰ ਜਿਹਨਾਂ ਨੂੰ ਨਹੀਂ ਪਤਾ ਪੜ੍ਹ ਲੈਂਦੇ। ਇਹਦੇ ਵਿੱਚ ਲਿਖਿਆ ਹੈਗਾ, ਹੇ ਪਖੰਡ, ਯਿਸੂ ਮਸੀਹ ਕਹਿ ਰਿਹਾ, ਪਖੰਡੀਓ, ਇਹ ਕਹਿ ਰਿਹਾ, ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਪਰਮੇਸ਼ਰ ਦੇ ਅੱਗੇ ਚੜਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਅਰਥਾਤ ਪੂਦਨਾ, ਸੌਂਫ ਤੇ ਜੀਰੇ ਦਾ 10ਵਾਂ ਹਿੱਸਾ ਚਾੜਦੇ ਹੋ, ਪਰ ਤੁਸੀਂ ਨੇਮ ਸ਼ਾਸਤਰ ਦੀਆਂ ਅਮਲ ਸਿੱਖਿਆਵਾਂ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ 10ਵਾਂ ਹਿੱਸਾ ਵੀ ਦਿੰਦੇ। ਹਾਂਜੀ, ਇਹ ਯਿਸੂ ਕਹਿ ਰਿਹਾ, ਚੰਗਾ ਹੁੰਦਾ ਤੁਸੀਂ ਪਰਮੇਸ਼ਰ ਨੂੰ 10ਵਾਂ ਹਿੱਸਾ ਵੀ ਦਿੰਦੇ ਅਤੇ ਉਸ ਦੇ ਨਿਆਂ, ਦਇਆ ਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ। ਦੋਨੇ ਹੀ ਕੰਮ ਜ਼ਰੂਰੀ ਆ। ਅਬਰਾਨੀਓ 7 ਦੀ 1 ਤੋਂ 10 ਲਾਜ਼ਮੀ ਪੜ੍ਹ ਲੈਣ। ਇੱਕ ਦੀ ਅਬਰਾਨੀਆਂ 7 ਦੀ ਹਿਬਰੂ ਚੈਪਟਰ 7 ਫਸਟ 10 ਵਰਸਿਸ ਵਿੱਚ ਵੀ ਇਹਦੇ ਮੁਤਲਕ ਬੜਾ ਖੁੱਲ੍ਹ ਕੇ ਦੱਸਿਆ ਹੈ। ਠੀਕ ਹੈ, ਜਿਹੜਾ ਅਸੀਂ ਪੜ੍ਹ ਰਹੇ ਹਾਂ। ਤੁਸੀਂ ਕਹਿ ਰਹੇ ਸੀ ਦੇਖਣਾ ਅਬਰਾਹਮ ਨੇ ਕਿਹਨੂੰ ਦਿੱਤੀ ਦਾਇਕੀ, ਉਹ ਆਨੇ ਦੇਖੋ ਕਿ ਠੀਕ। ਅੱਛਾ, ਇਹ ਦੇਖੋ ਜੀ, ਇਸਰਾਈਲ ਦੇ ਵਿੱਚ ਇਹ ਜਿਹੜਾ ਗੱਲਾ ਖਾਨਾ ਸੀ ਨਾ, ਉਹ ਲਾਵੀਆਂ ਦਾ ਸ਼ਹਿਰ ਜਾਂ ਖੁਦਾ ਦੀ ਹੈਕਲ ਸੀ, ਜਿੱਥੇ ਉਹ ਲਿਆਂਦੇ ਸਨ। ਹੁਣ ਕਲੀਸਿਆ 'ਚ ਉਹ ਜਗ੍ਹਾ ਹੈ ਜਿੱਥੇ ਸਾਨੂੰ ਰੂਹਾਨੀ ਬਰਕਤਾਂ ਮਿਲਦੀਆਂ ਨੇ, ਚਰਚ ਵਿੱਚ। ਠੀਕ ਹੈ, ਜਿੱਥੋਂ ਖੁਸ਼ਖਬਰੀ ਦੀ ਮੁਨਾਦੀ ਦੀ ਜ਼ਰੂਰੀਆਤ ਵੀ ਪੂਰੀ ਹੁੰਦੀਆਂ ਨੇ, ਤਾਂ ਜੇ ਖੁਦਾ ਦਾ ਕੰਮ ਵਧੇ, ਉਹਦੇ ਰਾਜ ਦਾ ਕੰਮ ਵਧੇ, ਬਾਦਸ਼ਾਹੀ ਦਾ ਕੰਮ ਵਧੇ। ਮਲਾਕੀ 'ਚ ਫਿਰ ਖੁਦਾ ਨੇ ਇਸੇ ਲਈ ਤੇ ਚੈਲੰਜ ਕੀਤਾ, ਓਏ ਮੈਨੂੰ ਅਜ਼ਮਾ ਲਓ, ਇਹ ਲਿਖਿਆ ਹੈ। ਅੱਛਾ, ਹੁਣ ਇਹ 7ਵੀਂ ਤੇ 8ਵੀਂ ਆਇਤ ਦੁਬਾਰਾ ਜ਼ਰਾ ਪੜ੍ਹਿਓ, ਇਹਦੇ ਵਿੱਚ ਹੋਰ ਭੇਤ ਜੇ। ਕਿਹੜੀ ਸੀ? ਮਲਾਕੀ ਰੋਮੀਓ 7 ਦੀ 7ਵੀਂ ਤੇ 8ਵੀਂ ਆਇਤ, ਇਹ ਦੁਬਾਰਾ ਜ਼ਰਾ ਪੜ੍ਹ ਦੇਣਾ ਕਿ ਇਹਦੇ ਤੇ ਵੀ ਅਸੀਂ ਥੋੜ੍ਹਾ ਜਿਹਾ ਹੋਰ ਗੌਰ ਕਰ ਲਈਏ ਕਿ ਇਹ ਪਾਲੂਸ ਦਾ ਯਕੀ ਦੇ ਬਾਰੇ 'ਚ ਕੀ ਹੈ। ਰੋਮੀਓ 7 ਦੀ 7ਵੀਂ 8ਵੀਂ। ਹਾਂਜੀ, ਓਕੇ ਜੀ, ਪੜ੍ਹਦੇ ਹਾਂ ਜੀ। ਰੋਮੀਆਂ 7 ਦੀ 7ਵੀਂ ਤੇ 8ਵੀਂ ਕਿਸ ਤਰ੍ਹਾਂ ਲਿਖਿਆ ਹੈ? ਇਸ ਦਾ ਅਰਥ ਕੀ ਹੋਇਆ ਕਿ ਨੇਮ ਅਤੇ ਪਾਪ ਇੱਕ ਹੀ ਚੀਜ਼ ਹਨ। ਇਸ ਦਾ ਅਰਥ ਕੀ ਹੋਇਆ ਕਿ ਨੇਮ ਅਤੇ ਪਾਪ ਇੱਕ ਹੀ ਚੀਜ਼ ਹਨ? ਨਹੀਂ, ਪਰ ਬਿਨਾਂ ਨੇਮ ਦੇ ਮੈਂ ਪਾਪ ਨੂੰ ਨਹੀਂ ਪਛਾਣ ਸਕਦਾ ਸਾਂ। ਉਦਾਹਰਨ ਦੇ ਤੌਰ ਤੇ, ਜੇਕਰ ਨੇਮ ਸ਼ਾਸਤਰ ਇਹ ਨਾ ਕਹਿੰਦਾ ਲੋਭ ਨਾ ਕਰ, ਤਾਂ ਮੈਂ ਲੋਭ ਦੇ ਬਾਰੇ ਨਾ ਜਾਣਦਾ ਕਿ ਇਹ ਕੀ ਹੈ। ਦੂਜੀ ਆਗਿਆ, ਇਸ ਆਗਿਆ ਦੇ ਕਾਰਨ ਪਾਪ ਨੂੰ ਮੌਕਾ ਮਿਲਿਆ ਕਿ ਉਸ ਨੂੰ ਮੇਰੇ ਅੰਦਰ ਹਰ ਤਰ੍ਹਾਂ ਦੀਆਂ ਲੋਭੀ ਵਾਸ਼ਨਾਵਾਂ ਪੈਦਾ ਕਰ ਦਿੱਤੀਆਂ। ਨੇਮ, ਹਾਂਜੀ, ਰੋਮੀਓ ਤੁਸੀਂ ਪੜ੍ਹਦੇ ਹੋ ਪਲੀਜ਼, ਰੋਮੀਓ 7 ਦੀ 7 ਤੇ 8 ਹੈ ਨਾ? ਹਾਂ, ਹੀ ਉਹੀ ਪੜ੍ਹ। ਅੱਛਾ, ਸੌਰੀ, ਅਸੀਂ ਪੜ੍ਹਨਾ ਅਬਰਾਨੀਆਂ 7 ਦੀ 7 ਤੇ 8। ਮੈਂ ਗਲਤ ਬੋਲ ਗਿਆ। ਓਕੇ, ਇਬਰਾਨੀ 7। ਹਾਂ, ਉਹਨੂੰ ਅਸੀਂ ਪਹਿਲੇ ਪੜ੍ਹ ਲਿਆ ਪਰ ਦੁਬਾਰਾ ਪੜ੍ਹਨਾ। ਓਕੇ, ਠੀਕ ਹੈ ਜੀ। ਹਾਂਜੀ, ਓਕੇ ਜੀ, ਆਪਾਂ ਪੜ੍ਹਦੇ ਹਾਂ ਜੀ ਇਬਰਾਨੀਆਂ ਦੀ 7 ਦੀ 7 ਤੋਂ 8 ਵਿੱਚ ਇਸ ਤਰ੍ਹਾਂ ਲਿਖਿਆ ਹੈ। ਹਾਂਜੀ, ਇਹਨੂੰ ਜ਼ਰਾ ਥੋੜ੍ਹਾ ਜਿਹਾ ਖੋਲੀਏ ਕਿ ਕੀ ਕਹਿ ਰਿਹਾ। ਹਾਂਜੀ, ਇਸ ਦੇ ਵਿੱਚ ਲਿਖਿਆ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਮੇਸ਼ਾ ਛੋਟਾ ਹੀ ਵੱਡੇ ਤੋਂ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਜੀ। ਫਿਰ ਇਹ ਵੀ ਤਾਂ ਸੱਚ ਹੈ ਕਿ ਇੱਕ ਪਾਸੇ ਤਾਂ ਉਹ ਮਨੁੱਖ 10ਵਾਂ ਹਿੱਸਾ ਲੈਂਦਾ ਜਿਸ ਲਈ ਮਰਨਾ ਜ਼ਰੂਰੀ ਹੈ, ਪਰ ਦੂਜੇ ਪਾਸੇ ਉਹ ਮਨੁੱਖ ਜਿਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ ਉਹ ਜਿਉਂਦਾ ਹੈ। ਕੌਣ? ਯਿਸੂ। ਹਾਂਜੀ। ਅੱਛਾ, ਉਹ 10ਵਾਂ ਨੂੰ ਕਹਿ ਰਿਹਾ, ਉਹ ਜਿਹੜੇ ਮਰ ਗਏ ਨੇ ਉਹ ਲੈਂਦੇ ਸਨ, ਤੇ ਜਿਹੜਾ ਸਦਾ ਲਈ ਜਿਉਂਦਾ ਹੈ ਉਹ ਤੇ ਉਹਨੂੰ ਨਹੀਂ ਦੇਣੀ। ਹਾਂ, ਮਤਲਬ ਮਲਕੀਸੇਦਕ ਜਿਹੜਾ ਮਰ ਗਿਆ ਉਹਨੇ ਲਿਆ, ਤੇ ਹੁਣ ਯਿਸੂ ਜਿਹੜਾ ਸਦਾ ਜਿੰਦਾ ਸੀ ਉਹਨੂੰ ਕਿਉਂ ਨਹੀਂ? ਯਾਨੀ ਮਲਕੀਸੇਦਕ ਦਾ ਇਹ ਵੀ ਨਾ ਉਹਦੇ ਪੈਦਾਇਸ਼ ਦਾ ਪਤਾ ਨਾ ਕਦੋਂ ਗਿਆ ਬਾਹਰ, ਇਹ ਰੱਬ ਨੂੰ ਪਤਾ, ਇਸ ਲਈ ਕਿ ਉਹ ਯਿਸੂ ਨੂੰ ਤਰਸਾਉਂਦਾ ਸੀ। ਠੀਕ ਹੈ, ਕਿ ਨਾ ਉਹਦਾ ਸ਼ੁਰੂ ਨਾ ਐਂਡ ਨਾ ਕੁਝ। ਅੱਛਾ, ਹੁਣ ਉਹ ਕਹਿੰਦੇ ਨੇ ਕਿ ਇਹ ਜਿਹੜੇ ਸਨ ਨਾ ਲਾਵੀ ਸਨ, ਇਹ 10ਵਾਂ ਲੈਂਦੇ ਸਨ ਤੇ ਮਰ ਜਾਂਦੇ ਸਨ। ਉਹ ਕਹਿ ਰਿਹਾ ਪਾਲੂਸ ਜਿਹੜਾ ਸਦਾ ਤੱਕ ਜੀਵਨ ਹੈ, ਸਦਾ ਤੱਕ ਜਿਉਂਦਾ ਹੈ, ਉਹਨੂੰ ਕਿਉਂ ਨਹੀਂ 10ਵਾਂ ਦੇ ਰਹੇ? ਅੱਛਾ, ਇਸ ਲਈ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਤੇ ਜਿਹੜਾ ਟ੍ਰਿਨਿਟੀ ਦਾ ਦੂਸਰਾ ਰੂਹਾਨੀ ਸ਼ਖਸ ਹੈ।
ਯਾਨੀ ਤਰੀਏਕ ਇਕੱਠ ਦਾ ਦੂਸਰਾ ਰੂਹਾਨੀ ਸ਼ਖਸ ਹੈ ਨਾ। ਤੇ ਜਿਸ ਤਰ੍ਹਾਂ ਇਬਰਾਹਾਮ ਹੁਣ ਜਿਸ ਤਰ੍ਹਾਂ ਇਬਰਾਹਾਮ ਅੱਛਾ ਹੁਣ ਪ੍ਰਭੂ ਯਿਸੂ ਨੇ ਇਬਰਾਹਾਮ ਨਾਲ ਨੇਮ ਬਣਿਆ ਤੇ ਉਹਦੇ ਨਾਲ ਵਾਅਦੇ ਕੀਤੇ। ਕਿੰਨੇ? ਪ੍ਰਭੂ ਯਿਸੂ ਨੇ ਕੀਤੇ ਨੇ। ਅਬਰਾਨੀਆਂ ਦੇ ਵਿੱਚ ਵੇਖੋ 6:13-15 ਇਹ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਇਬਰਾਹਾਮ ਦੇ ਨਾਲ ਪ੍ਰਭੂ ਯਿਸੂ ਨੇ ਨੇਮ ਤੇ ਵਾਅਦੇ ਕੀਤੇ ਨੇ ਇਸ ਵਰਸ ਦੇ ਮੁਤਾਬਿਕ। ਹਾਂਜੀ ਨੰਬਰ 1 ਹਾਂਜੀ ਇਬਰਾਨੀਆਂ ਦੀ ਪੜ੍ਹਦੇ ਹੈਗੇ ਆ 6:13-15 ਜੀ। ਹਾਂਜੀ ਉਹਦੇ ਵਿੱਚ ਲਿਖਿਆ ਹੈ ਉੱਪਰ ਹੈ ਸਰਲੇਖ ਹੈਗਾ ਪਰਮੇਸ਼ਰ ਦੀ ਪੱਕੀ ਪ੍ਰਤਿਗਿਆ। ਪੱਕੀ। ਹਾਂਜੀ ਉਹਦੇ ਵਿੱਚ ਲਿਖਿਆ ਹੈ ਜਦੋਂ ਪਰਮੇਸ਼ਰ ਨੇ ਇਬਰਾਹਾਮ ਨਾਲ ਪ੍ਰਤਿਗਿਆ ਕੀਤੀ ਤਾਂ ਉਸਨੇ ਆਪਣੇ ਹੀ ਨਾਂ ਦੀ ਸਹੁੰ ਚੱਕੀ ਕਿਉਂਕਿ ਉਸ ਤੋਂ ਵੱਡਾ ਹੋਰ ਕੋਈ ਨਹੀਂ ਸੀ ਜਿਸ ਦੇ ਨਾਂ ਤੇ ਉਹ ਸਹੁੰ ਚੱਕ ਸਕਦਾ। ਪਰਮੇਸ਼ਰ ਨੇ ਕਿਹਾ ਮੈਂ ਜ਼ਰੂਰ ਤੈਨੂੰ ਆਸੀਸ ਦੇਵਾਂਗਾ ਅਤੇ ਤੇਰੀ ਸੰਤਾਨ ਨੂੰ ਬਹੁਤ ਵਧਾਵਾਂਗਾ। ਹਾਂਜੀ ਇਸ ਲਈ ਅਬਰਾਹਾਮ ਨੇ ਧੀਰਜ ਕੀਤਾ ਅਤੇ ਉਹ ਸਭ ਪ੍ਰਾਪਤ ਕੀਤਾ ਜਿਸ ਦੀ ਪਰਮੇਸ਼ਰ ਨੇ ਪ੍ਰਤਿਗਿਆ ਕੀਤੀ ਸੀ। ਤੇ ਇਹ ਹੁਣ ਦੇਖੋ ਪ੍ਰਭੂ ਪਰਮੇਸ਼ਵਰ ਨੇ ਇਬਰਾਹਾਮ ਦੇ ਨਾਲ ਨੇਮ ਬਣਿਆ ਤੇ ਵਾਅਦੇ ਕੀਤੇ ਤੇ ਮਸੀਹ ਯਿਸੂ ਨੇ ਇਬਰਾਹਾਮ ਦੀ ਹੋਪ ਸੀ, ਉਮੀਦ ਸੀ। अब हवाले लिख लो अबरानियाँ 6:16-20 मतलब फिर ਉਹਦੇ ਬਾਅਦ ਕੁਲਸੀਆਂ 1:27। ਹਾਂਜੀ ਉਹ ਤਾਂ ਯਿਸੂ ਨੇ ਖੁਦ ਕਿਹਾ ਇਬਰਾਹਾਮ ਨੇ ਮੇਰਾ ਦਿਨ ਦੇਖਿਆ ਤੇ ਖੁਸ਼ ਹੋਇਆ। ਹਾਂ ਹਾਂਜੀ ਇਸ ਤੋਂ ਪਹਿਲੇ ਕਿ ਇਬਰਾਹਾਮ ਸੀ ਮੈਂ। ਹਾਂਜੀ ਅੱਛਾ ਫਿਰ ਤੀਸਰੀ ਚੀਜ਼ ਕਿ ਮਸੀਹ ਜਿਹੜਾ ਹੈ ਉਹ ਸਦਾ ਅਬਦੀ ਹੈ, ਇਟਰਨਲ ਹੈ। ਕੀ ਉਹਨੂੰ ਕਹੋਗੇ? ਸਦੀਪ। ਅਬਰਾਨ ਇਹ ਵੀ ਲਿਖ ਲਓ ਕਿਉਂਕਿ ਇਹਨੂੰ ਦਾਇਕੀ ਦੇਣੀ ਫਰਜ਼ ਹੈ। ਇਹਨੂੰ ਜਿਹੜਾ ਕਲੀਸਿਆ ਦਾ ਸਰ ਹੈ, ਅਸੀਂ ਧਾਰਨਾ ਅੱਜ ਦਾਇਕੀ ਕਿਹਨੂੰ ਦੇਣੀ ਹੈ? ਚਰਚ ਨੂੰ ਨਹੀਂ, ਯਿਸੂ ਨੂੰ। ਠੀਕ ਹੈ। ਤੇ ਦੇਖੋ ਜ਼ਰਾ ਯੂਹੰਨਾ 8:58 ਵੇਖੋ। ਫਿਰ ਅੱਗੇ ਅਬਰਾਨੀਆਂ 1:8 Hebrew chapter 1:8 Hebrew chapter 6:20 ਅਬਰਾਨੀਆਂ 6:20 ਤੇ ਰੈਵਲੇਸ਼ਨ 1:8 ਕਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਇਟਰਨਲ ਨੇ, ਅਬਦੀ ਨੇ। ਠੀਕ ਹੈ। ਹੁਣ ਅਗਲਾ ਚੌਥਾ ਪੁਆਇੰਟ ਇਹ ਵੀ ਕਿ ਇਹਨਾਂ ਵਰਸਿਸ ਵਿੱਚ 7 ਤੇ 8 ਦੇ ਵਿੱਚ ਕਿ ਮਸੀਹ ਇਬਰਾਹਾਮ ਨੂੰ ਬਰਕਤ ਦੇਣ ਵਾਲਾ ਤੇ ਉਹਦਾ ਮੁਕਤੀ ਦਾਤਾ ਵੀ ਹੈ ਇਬਰਾਹਾਮ ਦਾ। ਤੇ ਉਹ ਮਲਕੇ ਸਿਦਕ ਨੂੰ ਦੇ ਰਿਹਾ ਹੈ। ਇੱਧਰ ਹੁਣ ਯਿਸੂ ਨੂੰ ਅਸਾਂ ਉਹਦੀ ਨਸਲ ਹੁੰਦਿਆਂ ਕਿਉਂਕਿ ਉਹ ਇਮਾਨਦਾਰਾਂ ਦਾ ਪਿਓ ਵੇ। ਤੇ ਜੇ ਅਸੀਂ ਇਮਾਨਦਾਰ ਹਾਂ, ਕੌਮਾਂ ਦੇ ਵਿੱਚ ਸ਼ਾਮਲ ਹਾਂ ਤੇ ਫਿਰ ਅਸੀਂ ਮੰਨੀਏ ਕਿ ਉਹ ਸਾਡਾ ਬਾਪ ਹੈ। ਅਸਮਾਨੀ ਪਿਤਾ ਤੇ ਉਹ ਵੇ ਲੇਕਿਨ ਇੱਕ ਰਿਸ਼ਤੇ ਦੀ ਗੱਲ ਹੋ ਰਹੀ ਤੇ ਉਹ ਲਿਖ ਲਓ ਕਿ ਕਿਸ ਤਰੀਕੇ ਨਾਲ ਇਬਰਾਹਿਮ ਨੂੰ ਕੀ ਬਰਕਤ ਦੇਣ ਵਾਲਾ ਤੇ ਉਹਦਾ ਇਹ ਦੇਖ ਲਓ ਅਬਰਾਨੀਆਂ 6:20 हिब्रू 6:20 हो गया तो हिब्रू 7:7 हो गया तो गलेशियन चैप्टर 3 गलतियाँ 3:16-18 तो फिर 26-29 ये सानू पता लगता है कि खुदावंद यीशु मसीह है। ये पॉल इसलिए दस रहा है कि जे इब्राहिम ने शुरू की है तो किस तरीके नाल यीशु तक यकी चल रही है तो ऐंदा भी चलनी है। सो पंजवां पॉइंट ये कि यीशु या मसीह इब्राहिम दा अबदी या सदा दा सरदार कायम है। मलके सिदक ते एक सरदार कायम दी किस्म सी ना, काइंड सी, लेकिन ये जीवंदा है। जिस तरह नहीं लिखा कि मैं प्रकाश की पोथी मुकाशफा 1:18 लिखा मैं मर गया सा हुण जीवदा ते हुण सदा जींदे ही रहांगा। सो ये अबरानियां 6:20 हिब्रू चैप्टर 6:20 दे विच के इब्राहिम मसीह इब्राहिम दा अबदी सरदार कहने ते साडा भी हिब्रू 6:20 ਦੇ ਵਿੱਚ ਹੈ ਵੀ। ਹਾਂ 7:3 ਹਾਂਜੀ
ਤੇ 7 ਦੀ 7 ਤੋਂ 10 ਤੇ 7 ਦੀ 14 ਤੋਂ 21, ਇਹ ਸਾਰੇ ਹੀ ਦੱਸਦੇ ਨੇ। ਠੀਕ ਹੈ, ਕਿਉਂਕਿ ਯਿਸੂ ਨੇ ਕਿਹਾ ਸੀ ਨਾ ਕਿ ਇਬਰਾਹਿਮ ਨੇ ਮੇਰਾ ਦਿਨ ਵੇਖਿਆ, ਤੇ ਉਹਦੇ ਨਾਲ ਇਹ ਇਬਰਾਹਿਮ ਨੂੰ, ਅੱਛਾ ਇਬਰਾਹਿਮ ਨੇ ਮਸੀਹ ਦੀ ਸਦਾ ਦੀ ਕਹਾਣਤ ਜਾਂ ਪ੍ਰੀਸਟਹੁੱਡ ਨੂੰ ਦਾ ਯਕੀਨ ਦਿੱਤੀ ਸੀ। ਅਸਲੀ ਗੱਲ ਇਹ ਉਹਦੇ ਤੇ ਭੇਤ ਖੁੱਲਿਆ ਦਾ ਸੀ। ਉਹ ਦੇਣ ਕਿਹਨੂੰ ਗਿਆ ਸੀ? ਉਹਨੂੰ ਦੇਣ ਡਿਆ ਸੀ ਜਿਹੜਾ ਸਦਾ ਦਾ ਚੀਫ ਪ੍ਰੀਸਟ ਹੈਗਾ। ਅਬਰਾਨੀਓ 7 ਦੀ 2 ਤੇ 4 ਤੋਂ ਲੈ ਕੇ 10 ਤੱਕ। ਸੋ ਇਬਰਾਹਿਮ ਨੇ ਤੇ ਮਸੀਹ ਦੀ ਅਬਦੀ ਕਹਾਣਤ ਨੂੰ ਦਾ ਯਕੀਨ ਦਿੱਤੀ। ਠੀਕ ਹੈ, ਉਹਦੇ ਬਾਅਦ ਸਰ ਇਹ ਵੇਖ ਲਓ ਕਿ ਮਸੀਹ ਇਬਰਾਹਿਮ ਦੇ ਖੁਦਾ ਦਾ ਖਲੋਤਾ ਪੁੱਤਰ ਹੈ। ਜਿੰਜ ਅਸੀਂ ਦੇਖਿਆ ਹੈ, ਮਸੀਹ ਇਬਰਾਹਿਮ ਦੇ ਪਿਓ ਦਾ ਖਲੋਤਾ ਪੁੱਤਰ ਹੈ। ਠੀਕ ਹੈ, ਤੇ ਇਹਦੇ ਵੀ ਉਹ ਯੂਹੰਨਾ 1:14 'ਚ ਨਹੀਂ ਲਿਖਿਆ ਹੈ, ਤੇ ਯੂਹੰਨਾ 1 ਦੀ 18 ਤੇ ਯੂਹੰਨਾ 3 ਦੀ 16 'ਚ। ਤੇ ਫਿਰ ਇਹ 8ਵੀਂ ਆਇਤ 'ਚ ਇੱਕ ਬੜੀ ਖੂਬਸੂਰਤ ਗੱਲ ਲਿਖੀ ਹੈ ਕਿ ਇਨਸਾਨ ਜਿਹੜੇ ਮਰਦੇ ਸਨ ਤੇ ਉਹਨਾਂ ਨੂੰ ਦਾ ਯਕੀਨ ਦੇਣਾ ਰਵਾ ਸੀ। ਤੇ ਇਹ ਕਿੰਨਾ ਹੀ ਵੱਧ ਗਿਆ ਹੈ ਕਿ ਜਿਹੜਾ ਸਦਾ ਲਈ ਜਿਉਂਦਾ ਹੈ, ਸਰਦਾਰ ਕਾਇਮ ਨੇ, ਪ੍ਰਭੂ ਯਿਸੂ ਪਿਤਾ ਦੇ ਸੱਜੇ ਹੱਥ ਤੇ ਬੈਠਾ ਹੈ ਤੇ ਚਰਚ ਉਹਦਾ ਧੜ ਉਹਦਾ ਥੱਲੇ ਵੇ, ਤੇ ਉਹਨੂੰ ਸਰਦਾਰ ਕਾਇਮ ਨੂੰ ਅਸੀਂ ਕਿਉਂ ਨਹੀਂ ਦਾ ਯਕੀਨ ਦਾਂਗੇ? ਸੋ ਇਹ ਗੱਲ ਤੇ ਭਾਨੂੰ ਸਮਝਾਉਣ ਦੀ ਕਰ ਰਿਹਾ, ਉਹ ਤੇ ਦਾ ਯਕੀਨ ਨੂੰ ਕੈਂਸਲ ਨਹੀਂ ਕਰ ਰਿਹਾ। ਉਹ ਕਹਿ ਰਿਹਾ ਭਾਈ ਜੀ ਮਲਕੇ ਸਿਦਕ ਤੋਂ ਸ਼ੁਰੂ ਕੀਤਾ, ਅੱਗੇ ਇਹ ਸਿਸਟਮ ਆ ਗਿਆ। ਹੁਣ ਚੱਕਰ ਕੀ ਹੋਇਆ ਦੇਖੋ, ਮਲਕੇ ਸਿਦਕ ਤੋਂ ਜਦੋਂ ਇਸਰਾਈਲ ਕੌਮ ਬਣੀ ਤੇ ਉਹ ਦਾ ਯਕੀ ਦਾ ਸਿਸਟਮ ਚੇਂਜ ਹੋ ਗਿਆ। ਦਾ ਯਕੀ ਉੱਥੇ ਹੀ ਹੈ, ਤੇ ਫਿਰ ਉੱਥੇ ਮਲਕੇ ਸਿਦਕ ਦੀ ਬਜਾਏ ਲੇਵੀਜ਼ ਨੂੰ ਜਾਂ ਕੀ ਕਹਿ ਲਓ ਸਰਦਾਰ ਕਾਇਮ ਲਾਵੀਆਂ ਨੂੰ ਦਿੱਤੀ ਗਈ। ਉਹ ਜਦੋਂ ਫਿਰ ਹੁਣ ਨਇਆ ਨੇਮ ਸ਼ੁਰੂ ਹੋ ਰਿਹਾ, ਨਏ ਨੇਮ ਵਿੱਚ ਜਦੋਂ ਪ੍ਰਭੂ ਯਿਸੂ ਨੇ ਮਸੀਹੀ ਕਰਨੇ ਸ਼ੁਰੂ ਕਰ ਦਿੱਤੇ ਤੇ ਲੇਵੀ ਉਦੋਂ ਆਪਣਾ ਕੰਮ ਉਂਝ ਨਹੀਂ ਸਨ ਕਰ ਰਹੇ ਜਿਹੜੇ ਉਹਨਾਂ ਉੱਤੇ ਉਹ ਕਾਨੂੰਨ ਲਾਗੂ ਸਨ। ਸੋ ਇਸ ਵਜ੍ਹਾ ਨਾਲ ਹੋਇਆ ਕਿ ਜੀ ਉਹ ਸਭ ਜਿਹੜੇ ਦਾਇਕੀਆਂ, ਨਜ਼ਰਾਨੇ, ਸ਼ੁਕਰਾਨੇ, ਉਹ ਜਿਹੜੇ ਨੇ ਉਹ ਯਿਸੂ ਦੇ ਕਦਮਾਂ 'ਚ ਲਿਆਉਣ ਸ਼ੁਰੂ ਹੋ ਗਏ, ਕਿਉਂਕਿ ਉਹ ਆਪਣਾ ਕੰਮ ਠੀਕ ਨਹੀਂ ਸਨ ਕਰ ਰਹੇ। ਤੇ ਅਸੀਂ ਵੇਖਦੇ ਹਾਂ ਕਿੱਥੇ ਲਿਖਿਆ ਹੈ, ਲੂਕਾ 8 ਦੀ 3 ਦੇ ਵਿੱਚ। ਹੁਣ ਯਿਸੂ ਵੀ ਤੇ ਦਾਇਕੀ ਲੈਂਦਾ ਸੀ ਜੀ, ਯਿਸੂ ਨੂੰ ਦਿੰਦੇ ਸਨ ਅਬਦੀ ਸਰਦਾਰ ਕਾਇਨ। ਤੇ ਲੂਕਾ 8 ਦੀ 3, 10 ਦੀ 7 ਤੋਂ 8 ਤੇ ਇਹਦੇ ਵਿੱਚ ਹਵਾਲੇ ਬੜੇ ਨੇ। ਦੂਸਰਾ ਕਰੰਥੀਆਂ 11 ਦੀ 7 ਤੋਂ 9 ਤੇ ਫਿਲਿਪੀਓ 4 ਦੀ 14 ਤੋਂ 18 ਵਿੱਚ ਇਹ ਅਸੀਂ ਵੇਖਦੇ ਹਾਂ। ਸੋ ਅਸਲ ਵਿੱਚ ਅਬਰਾਨੀ, ਠੀਕ ਹੈ। ਸੋ ਅਬਰਾਨੀਆਂ ਦੀ ਜਿਹੜੀ ਕਿਤਾਬ ਹੈ ਉਹ ਨਏ ਨੇਮ ਦੇ ਵਿੱਚ ਕਲੀਸਿਆਂ 'ਚ ਬੜੀ ਤਬਦੀਲੀ ਲਿਆਂਦੀ ਉਹਨੇ। ਅਸੀਂ ਵੇਖਿਆ ਨਾ ਮਲਕੇ ਸਿਦਕ ਤੋਂ ਇਸਰਾਈਲੀ ਕੌਮ ਲਾਵੀਆਂ ਕੋਲ, ਤੇ ਜਦੋਂ ਚਰਚ ਆਇਆ ਤੇ ਫਿਰ ਲੋਕਾਂ ਨੇ ਉਹ ਚੂੰਕਿ ਪੂਰਾ ਕਾਨੂੰਨ ਤੇ ਅਮਲ ਨਹੀਂ ਸਨ ਕਰਦੇ, ਔਰ ਇੱਥੇ ਯਿਸੂ ਦੇ ਕੋਲ ਜਾਂ ਕਲੀਸਿਆ ਕੋਲ ਜਾਂ ਸ਼ਾਗਿਰਦਾਂ ਕੋਲ ਇਹ ਸਾਰਾ ਕੁਝ ਲਿਆਉਣਾ ਸ਼ੁਰੂ ਕਰ ਦਿੱਤਾ। ਦਾਇਕੀ ਉੱਥੇ ਹੀ ਹੈ, ਲੇਕਿਨ ਸਿਸਟਮ ਚੇਂਜ ਹੋ ਗਿਆ। ਸੋ ਉਹ ਪਹਿਲਾ ਕਰੰਥੀਆਂ 3 ਦੀ 16 ਇਹ ਹੁਣ ਜਿਹੜਾ ਹੁਣ ਹੋਇਆ ਕਿ ਫਿਜ਼ੀਕਲ ਟੈਂਪਲ ਸੀ ਨਾ ਜਿੱਥੇ ਜਾਂਦੀਆਂ ਸਨ, ਉਹ ਸਪਿਰਿਚੁਅਲ ਟੈਂਪਲ ਯਿਸੂ ਨੇ ਬਣਾ ਦਿੱਤਾ। ਹੁਣ ਉਹ ਚਰਚ ਬਣ ਗਿਆ ਤੇ ਰੂਹਾਨੀ ਮੰਦਰ ਇਹ ਵੇ। ਕਹਿੰਦਾ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਦਾ ਮੰਦਰ ਹੋ। ਸੋ ਹੁਣ ਯਿਸੂ ਨੇ ਸੂਲੀ ਉੱਤੇ ਜਾਣ ਦੇ ਕੇ ਹਰ ਵਿਸ਼ਵਾਸੀ ਨੂੰ ਪਵਿੱਤਰ ਆਤਮਾ ਦਾ ਮੰਦਰ ਬਣਾ ਦਿੱਤਾ। ਸੋ ਹੁਣ ਦਾ ਯਕੀਆਂ ਇਸ ਮੰਦਰ ਯਾਨੀ ਚਰਚ ਵਿੱਚ ਆਉਂਦੀਆਂ ਨੇ। ਠੀਕ ਹੈ, ਇਹ ਨੇ। ਤੇ ਇਹਦਾ ਲਿਖ ਲਓ ਪਹਿਲਾ ਕਰੰਥੀਆਂ 3 ਦੀ 16, ਇਫਸੀਆਂ 2 ਦੀ 19 ਤੋਂ 22। ਇਹ ਸਾਰੀਆਂ ਪੜਾਂਗੇ ਤੇ ਹੋਰ ਮਜ਼ਾ ਆਣਾ। ਚੇਲਿਆਂ ਦੇ ਕਰਤੱਵ 4 ਦੀ 35 ਤੋਂ 37। ਠੀਕ ਹੈ, ਹੁਣ ਉੱਥੋਂ ਮੰਦਰ ਰੂਹਾਨੀ ਮੰਦਰਾਂ ਦੇ ਵਿੱਚ ਆਉਣ ਸ਼ੁਰੂ ਹੋ ਗਏ, ਤਬਦੀਲੀ ਆਉਣ ਦੀ ਦਾਇਕੀ ਉੱਥੇ ਹੀ ਹੈ।
ਸੋ ਜਿਵੇਂ ਜਿਵੇਂ ਚਰਚ ਦੀ ਐਡਮਿਨਿਸਟ੍ਰੇਸ਼ਨਸ ਚੇਂਜ ਹੁੰਦੀਆਂ ਗਈਆਂ, ਉਵੇਂ ਉਵੇਂ ਦਾਇਕੀ ਦਾ ਸਿਸਟਮ ਚੇਂਜ ਹੁੰਦਾ ਗਿਆ, ਦਾਇਕੀ ਨਹੀਂ ਖਤਮ ਹੋਈ। ਸੋ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਇੱਕ ਨਿਜ਼ਾਮ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ। ਸੋ ਅਬਰਾਨੀਆਂ ਦੀ ਕਿਤਾਬ ਵਿੱਚ ਟਾਈਡਿੰਗ ਜਿਹੜੀ ਹੈ ਨਾ, ਉਹ ਖਤਮ ਨਹੀਂ ਕੀਤੀ ਗਈ, ਜਾਂ ਉਹਦੇ ਬਜਾਏ ਇਹ ਬਿਆਨ ਨਹੀਂ ਕੀਤਾ ਗਿਆ ਕਿ ਉਹ ਇਹ ਸੀ ਕਿ ਮਲਕੇ ਸਿੱਦਕ ਦੀ ਜਿਹੜੀ ਕਹਾਣਤ ਹੈ ਜਾਂ ਪ੍ਰੀਸਟਹੁੱਡ ਮਿਨਿਸਟਰੀ ਹੈ, ਉਹ ਕਿੰਜ ਵਾਪਸ ਆਈ ਹੈ ਯਿਸੂ ਕੋਲ। ਅਬਰਾਨੀਆਂ 7 ਦੀ 15 ਤੋਂ 17 ਇਹ ਬੜੇ ਡੀਪ ਚੀਜ਼ਾਂ ਨੇ, ਇਹਦੇ ਵਿੱਚ ਉਹਨੇ ਕੈਂਸਲ ਨਹੀਂ ਕੀਤੀ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਬਹੁਤ ਕੁਝ ਨੇ। ਸੋ ਇਹ ਇੱਕ ਸਿਸਟਮ ਬਣ ਗਿਆ। ਹਾਂ, ਬੱਚਾ ਆਪਾਂ ਦੱਸਿਆ ਜੀ, ਆਪਾਂ ਪੜ੍ਹਦੇ ਹੈਗੇ ਆ, ਕਹਿੰਦੇ ਪੁਰਾਣਾ ਨੇਮ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦਾ ਇੱਕ ਪਰਛਾਵਾਂ, ਹਾਂਜੀ ਜੀ, ਉਹਨੂੰ ਪਰਛਾਵਾਂ ਦੱਸਿਆ ਗਿਆ। ਪਰਛਾਵੇਂ ਨਾਲੋਂ ਅਸਲ ਨਾਲੋਂ ਅਲੱਗ ਨਹੀਂ ਕਰ ਸਕਦੇ। ਅਸਲ ਪਰਛਾਵਾਂ ਜੀ ਉਹ ਮਤਲਬ ਕਿ ਹਾਂਜੀ ਬਿਲਕੁਲ ਅਬਰਾਨੀਆਂ 8 ਦੀ 5 ਦੇਖ ਲਓ। ਹਾਂਜੀ ਹੈ ਨਾ, ਉਹਦੇ ਵਿੱਚ ਬਿਲਕੁਲ ਹਾਂਜੀ ਉਹਦੇ ਵਿੱਚ। ਤੇ ਇਸ ਲਈ ਜਦੋਂ ਅਸੀਂ ਦਾਇਕੀ ਦਿੰਦੇ ਹਾਂ ਤੇ ਅਸੀਂ ਖੁਦਾ ਦੇ ਅਸੂਲਾਂ ਦੇ ਨਾਲ ਅਸੀਂ ਅਲਾਈਨ ਹੋ ਜਾਂਦੇ ਹਾਂ, ਉਹਨਾਂ ਦੇ ਨਾਲ ਸਾਨੂੰ ਬਰਕਤ ਮਿਲਦੀ ਹੈ। ਹਾਂਜੀ ਜਦੋਂ ਦਾਇਕੀ ਦਿੰਦੇ ਹਾਂ, ਇਹਦੇ ਹਵਾਲੇ ਲਿਖ ਲਓ, ਬਹੁਤ ਜ਼ਰੂਰੀ ਨੇ। ਮੱਤੀ 10 ਦੀ 8, ਮੱਤੀ 10 ਦੀ 8, ਮੱਤੀ 19 ਦੀ 21, 19 ਦੀ 21, ਮੱਤੀ 20 ਦੀ 28, 20 ਦੀ 28, ਲੂਕਾ 6 ਦੀ 38, 38, ਲੂਕਾ 6 ਦੀ 38, 38, ਤੇ ਲੂਕਾ 12 ਦੀ 32, 12 ਦੀ 32, ਤੇ ਚੇਲਿਆਂ ਦੇ ਕਰਤੱਵ ਅਮਾਲ ਐਕਟਸ 20 ਦੀ 35, ਹਾਂਜੀ, ਦੂਸਰਾ ਕਰੰਥੀਆਂ 9 ਦੀ 6 ਤੋਂ 8। ਹੁਣ ਦੇਖੋ ਜੀ, ਇਹਦੇ ਵਿੱਚ ਇੱਕ ਗੱਲ ਮੈਂ ਆਖਰੀ ਕਰਾਂਗਾ, ਔਰ ਉਹ ਯਿਸੂ ਨੇ ਮਲਾਕੀ 3 ਦੀ 8 ਤੋਂ 10 ਵਿੱਚ ਕਿਹਾ ਕਿ ਜਿਹੜੇ ਦਾਇਕੀ ਨਹੀਂ ਦਿੰਦੇ ਉਹ ਚੋਰ ਨੇ, ਡਾਕੂ ਨੇ, ਤੁਸੀਂ ਮਤਲਬ ਰੋਬਰ ਨੇ। ਠੀਕ ਹੈ, ਤੇ ਦਾਇਕੀ ਦੇਣ ਦਾ ਫੈਸਲਾ ਇਨਸਾਨ, ਜਦੋਂ ਅਸੀਂ ਦਾਇਕੀ ਦਿੰਦੇ ਹਾਂ, ਸਾਡੇ ਫੇਥ ਨੂੰ ਜ਼ਾਹਿਰ ਕਰਦਾ ਹੈ, ਸਾਡੇ ਵਿਸ਼ਵਾਸ ਨੂੰ ਜ਼ਾਹਿਰ ਕਰਦਾ ਹੈ। ਤੇ ਜਦੋਂ ਅਸੀਂ ਦਸਵੰਧ ਦੇ ਵਿੱਚ ਪਰਮੇਸ਼ਵਰ ਨੂੰ ਸ਼ਾਮਿਲ ਕਰਦੇ ਹਾਂ ਜਾਂ ਉਹਨੂੰ ਦਿੰਦੇ ਹਾਂ, ਤੇ ਇਹ ਸਾਡਾ ਉਹਦੇ ਨਾਲ ਇੱਕ ਖਾਸ ਰਿਸ਼ਤਾ ਹੋ ਜਾਂਦਾ। ਤੇ ਫਿਰ ਸਾਨੂੰ ਕਿੱਥੇ ਨੁਕਸਾਨ ਹੋਣਾ ਹੈ? ਜਿੱਥੇ ਪਰਮੇਸ਼ਵਰ ਮੌਜੂਦ ਹੈ ਉੱਥੇ ਕਿੱਥੇ ਨੁਕਸਾਨ ਹੋਣਾ ਹੈ? ਸੋ ਇਹ ਗੱਲਾਂ ਨੇ ਕਿ ਪੌਲ ਨੇ ਪੱਕਾ ਇਹ ਦੱਸਿਆ ਕਿ ਕਿੱਥੋਂ ਸ਼ੁਰੂ ਹੋਈ ਹੈ ਤੇ ਕਿੱਥੇ ਤੱਕ ਆਈ ਹੈ, ਤੇ ਹੁਣ ਜਿਹੜਾ ਸਦਾ ਦਾ ਸਰਦਾਰ ਕਾਇਮ ਹੈ ਉਹ ਉਹਨੂੰ ਦੇਣੀ ਹੈ। ਅਸੀਂ ਦਾਇਕੀ ਹੁਣ ਇਹਨਾਂ ਨੂੰ ਦੱਸੋ ਜੀ ਕਿ ਤੁਸੀਂ ਕਿਹਨੂੰ ਦੇ ਰਹੇ ਹੋ, ਕਿਹਨੂੰ ਨਹੀਂ ਦੇ ਰਹੇ? ਯਿਸੂ ਨੂੰ ਨਹੀਂ ਦੇ ਰਹੇ ਹੋ। ਜਦੋਂ ਅਸੀਂ ਕਹਿੰਦੇ ਹਾਂ ਸਾਡੇ ਚਰਚ ਦਾ ਇੰਚਾਰਜ ਹੀ ਯਿਸੂ ਹੈ, ਸਰਦਾਰ ਕਾਇਮ ਨੇ, ਤੇ ਦਾਇਕੀ ਉਹਨੂੰ ਵਾਜਬ ਹੈ। ਉਹ ਜਿਹੜੇ ਮਰ ਗਏ ਨੇ ਉਹਨਾਂ ਨੂੰ ਲੋਕ ਦਿੰਦੇ ਰਹੇ, ਤੇ ਇਹਨੂੰ ਜਿਹੜਾ ਜਿਉਂਦਾ ਹੈ ਜਿੰਦਾ ਹੀ ਰਹੇਗਾ। ਇਸ ਲਈ ਇਹ ਸਦਾ ਲਈ ਚੱਲਣੀ ਹੈ ਅੱਗੇ ਤੱਕ। ਬਿਲਕੁਲ ਜੀ, ਆਪਾਂ ਪੜ੍ਹਿਆ ਸੀਗਾ ਵੀ ਉਹ ਅੱਗੇ ਆਪਾਂ ਇਸ ਚੱਲਣੀ ਹੈਗੀ ਆ, ਪਿਛਲੀਆਂ ਸਟੱਡੀਆਂ ਦੇ ਵਿੱਚ ਆਪਾਂ ਦੇਖਿਆ ਸੀਗਾ। ਹਾਂਜੀ ਇਜ਼ਾਇਆ 56 ਦੀ 7, ਜਰਮਾਇਆ 33 ਦੀ 7, 17 ਤੋਂ 18, 19, ਹਾਂਜੀ ਅੱਛਾ, ਤੇ ਹੋਰ ਚੀਜ਼ਾਂ ਹਨ ਆਪਾਂ ਦੇਖੀਆਂ। ਸੋ ਇਸ ਲਈ ਪੌਲ ਨੇ ਤੇ ਦੱਸਿਆ ਕਿ ਉੱਥੋਂ ਸ਼ੁਰੂ ਹੋਈ ਤੇ ਹੁਣ ਯਿਸੂ ਤੱਕ ਇਹ ਦਿਓ। ਕਿਹਨੂੰ ਦੇਣੀ ਹੈ? ਯਿਸੂ ਨੂੰ, ਜਿਹੜਾ ਸਰਦਾਰ ਜਿਉਂਦਾ ਸਦਾ ਸਦਾ ਜਿਹੜਾ ਜਿਉਂਦਾ ਰਹੇਗਾ, ਉਹਨੂੰ ਦੇਣੀ ਹੈ। ਦੇਖੋ ਜੀ, ਮੈਂ ਤਾਂ ਆਹ ਆਪਾਂ ਨੂੰ ਜੋ ਵਚਨ ਦੱਸਦਾ, ਦਾਇਕੀ ਦੇਣਾ ਇੱਕ ਬਰਕਤ ਵਾਲੀ ਗੱਲ ਆ, ਇੱਕ ਬਲੈਸਿੰਗ ਆ। ਇਸ ਨੂੰ ਆਪਾਂ ਦੇਣ ਲੱਗੇ ਹੱਥ ਨਾ ਘੁੱਟੀਏ, ਔਰ ਕੱਲਾ ਦਾਇਕੀ ਨਹੀਂ, ਉਸ ਤੋਂ ਵੱਧ ਖੁੱਲ੍ਹਦਰੀ ਨਾਲ ਦਈਏ। ਦੇਖੋ ਜੀ, ਇਹ ਮਿਨੀਮਮ ਘੱਟ ਤੋਂ ਘੱਟ ਤੇ ਦਈਏ ਨਾ। ਹਾਂ, ਮਿਨੀਮਮ ਗਿਵਿੰਗ ਹੀ ਇਹ ਤੇ ਦਈਏ, ਵੱਧ ਦਿਓ। ਨਹੀਂ, ਜਿੰਨਾ ਪੈਮਾਨਾ ਤੁਸੀਂ ਭਰ ਕੇ ਦਿਓਗੇ ਉਨਾ ਹੀ ਤੁਹਾਨੂੰ ਮਿਲੇਗਾ। ਇਹ ਵੱਧ ਦੀਆਂ ਗੱਲਾਂ। ਹਾਂ, ਵਾਹ ਆਪਾਂ ਕਰਾਂਗੇ ਜੀ। ਆਪਾਂ ਇੱਥੇ ਆਪਾਂ ਫਿਨਿਸ਼ ਕਰੀਏ ਸਟੱਡੀ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ, ਜੋ ਵੀ ਆਪਣੇ ਇਸ ਵਚਨ ਦੇ ਵਿੱਚੋਂ ਅਸੀਂ ਪੜ੍ਹਿਆ, ਸੁਣਿਆ, ਸਿੱਖਿਆ, ਸਮਝਿਆ। ਆਪ ਨੇ ਆਪਣੇ ਵਚਨ ਦੁਆਰਾ, ਪਵਿੱਤਰ ਆਤਮਾ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ ਪਰਮੇਸ਼ਰ ਪਿਤਾ।
ਉਹ ਸਾਡੇ ਅੰਦਰ ਵਸ ਜਾਏ ਔਰ ਉਸ ਨੂੰ ਸ਼ੈਤਾਨ ਚੁਰਾ ਨਾ ਸਕੇ ਪਰਮੇਸ਼ਰ ਪਿਤਾ। ਔਰ ਇਹ ਵਚਨ ਬਹੁਤ ਸਾਰਾ ਪੜ੍ਹ ਲੈ ਕੇ ਆਵੇ ਪਰਮੇਸ਼ਰ ਪਿਤਾ, ਆਪ ਜੀ ਦੀ ਮਰਜ਼ੀ ਪੂਰੀ ਹੋਵੇ ਇਸ ਵਚਨ ਦੇ ਦੁਆਰਾ ਪਰਮੇਸ਼ਰ ਪਿਤਾ। ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ, ਔਰ ਉਹਨਾਂ ਦੇ ਖੱਤੇ ਭਰੇ ਰਹਿਣ ਪਰਮੇਸ਼ਰ ਪਿਤਾ, ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨਾ ਪਰਮੇਸ਼ਰ ਪਿਤਾ, ਔਰ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਘਾਟੀ ਨਾ ਆਵੇ ਪਰਮੇਸ਼ਰ ਪਿਤਾ। ਜਿਸ ਤਰ੍ਹਾਂ ਆਪ ਦੇ ਵਚਨ ਵਿੱਚ ਲਿਖਿਆ ਹੈ, ਮੈਨੂੰ ਅਜਮਾ ਕੇ ਦੇਖ ਪਰਮੇਸ਼ਰ ਪਿਤਾ, ਦਾਇਕੀ ਦੇ ਔਰ ਮੈਨੂੰ ਅਜਮਾ ਕੇ ਦੇਖ। ਉਹ ਪਰਮੇਸ਼ਰ ਪਿਤਾ ਵਿਸ਼ਵਾਸ ਦੇ ਨਾਲ ਸਾਰੇ ਦਾਇਕੀ ਦੇਣ ਸੁਣਨ ਵਾਲੇ, ਔਰ ਪਰਮੇਸ਼ਰ ਪਿਤਾ ਆਪ ਉਹਨਾਂ ਦੇ ਖੱਤੇ ਭਰੇ ਰੱਖੋ, ਔਰ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਾ ਆਵੇ ਪਰਮੇਸ਼ਰ ਪਿਤਾ, ਤਾਂ ਔਰ ਉਹਨਾਂ ਦੀ ਫਸਲ ਨੂੰ ਕੀੜਾ ਨਾ ਖਾਵੇ, ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਪਰਮੇਸ਼ਰ ਪਿਤਾ। ਔਰ ਆਪ ਦੀਆਂ ਬਰਕਤਾਂ, ਹਰ ਤਰ੍ਹਾਂ ਦੀ ਬਰਕਤ ਪਰਮੇਸ਼ਰ ਪਿਤਾ ਇਸ ਦੇ ਨਾਲ ਜੋ ਮਿਲਦੀ ਹੈ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹਰ ਤਰ੍ਹਾਂ ਦੀ ਬਲੈਸਿੰਗ ਉਹਨਾਂ ਨੂੰ ਮਿਲ ਜਾਏ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।